Once you have a picked a general topic for your paper, you need to come up with the thesis. ਓਹ ਯਾਰ ਏਦਾਂ ਕੁਝ ਕਰਨ ਦੀ ਲੋੜ ਨਹੀਂ ਹੈ ਵੀਰੇ, ਸਿੱਧਾ ਨੈਚੁਰਲ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਅੱਜ ਆਪਾਂ ਗੱਲ ਕਰਾਂਗੇ ਓਰਲ ਫਲੂਐਂਸੀ ਐਂਡ ਪ੍ਰੋਨਾਂਸੀਏਸ਼ਨ ਦੀ। ਕਈਆਂ ਦੇ ਮੇਰੇ ਕੋਲ ਕਮੈਂਟ ਆਏ ਨੇ ਕਿ ਬਾਈ ਓਰਲ ਫਲੂਐਂਸੀ ਐਂਡ ਪ੍ਰੋਨਾਂਸੀਏਸ਼ਨ ਦੀ ਇੰਪਰੂਵਮੈਂਟ ਕਿਵੇਂ ਕਰੀਏ, ਇਸ ਟੌਪਿਕ ਉੱਤੇ ਤੁਸੀਂ ਵੀਡੀਓ ਬਣਾਓ। ਸੋ ਮੈਂ ਅੱਜ ਉਹਨਾਂ ਨੂੰ ਦੱਸਣਾ ਚਾਹਣਾ ਵੀਰੇ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਓਰਲ ਫਲੂਐਂਸੀ ਆਪਣੀ ਪੂਰੀ ਫੁੱਲ ਪੀਟੀ ਵਿੱਚ। ਕਿਉਂਕਿ ਜਿਵੇਂ ਆਪਾਂ ਐਗਜ਼ਾਮਪਲ ਲਾ ਕੇ ਚੱਲੋ ਵੀ ਜਿਵੇਂ ਇੱਕ ਬੰਦੇ ਦਾ ਜੋ ਸਾਰਾ ਸਰੀਰ ਖੜਾ ਹੁੰਦਾ ਉਹ ਬੈਕਬੋਨ ਉੱਤੇ ਖੜਾ ਹੁੰਦਾਗਾ, ਰੀੜ ਦੀ ਹੱਡੀ ਉੱਤੇ। ਐਵੇਂ ਪੀਟੀ ਦੀ ਜਿਹੜੀ ਬੈਕਬੋਨ ਆ, ਰੀੜ ਦੀ ਹੱਡੀ ਹੈਗੀ, ਉਹ ਸਪੀਕਿੰਗ ਹੈ। ਸਪੀਕਿੰਗ ਵਿੱਚ ਮੇਨ ਹੈਗੀ ਆਪਣੀ ਓਰਲ ਫਲੂਐਂਸੀ। ਜੇ ਤੁਸੀਂ ਵੀਰੇ ਮੇਰੀ ਗੱਲ ਯਾਦ ਰੱਖਿਓ, ਜੇ ਓਰਲ ਫਲੂਐਂਸੀ ਵਿੱਚ ਤੁਸੀਂ ਵਧੀਆ ਹੋਵੋਗੇ, ਤੁਸੀਂ ਵਧੀਆ ਪਰਫੈਕਟ ਹੋਗੇ, ਮਤਲਬ ਚੰਗੀ ਤਰ੍ਹਾਂ ਬੋਲਦੇ ਨੂੰ, ਕਿਤੇ ਅੜਕਦੇ ਨਹੀਂਗੇ, ਕੋਈ ਹੈਜ਼ੀਟੇਸ਼ਨ ਨਹੀਂ ਤੁਹਾਡੀ ਹੁੰਦੀਗੀ, ਵਧੀਆ ਰੈਗੂਲਰ ਆਪਣੀ ਮੇਨਟੇਨੈਂਸ ਰੱਖਦੇ ਹੋਗੇ ਫਲੂਐਂਸੀ, ਤਾਂ ਤੁਹਾਡੇ ਪੀਟੀ ਵਿੱਚੋਂ ਨੰਬਰ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਕਿ 4 ਮੋਡਿਊਲ ਹੁੰਦੇ ਨੇ, ਰੀਡਿੰਗ, ਰਾਈਟਿੰਗ, ਲਿਸਨਿੰਗ ਤੇ ਸਪੀਕਿੰਗ। ਇਹਨਾਂ ਦੇ ਆਪਸਰੀ ਵਿੱਚ ਇੰਟਰਕਨੈਕਟ ਹੁੰਦੇ ਨੇ। ਸਪੀਕਿੰਗ ਦੇ ਨੰਬਰ ਜਾਂਦੇ ਨੇ ਰੀਡਿੰਗ ਤੇ ਲਿਸਨਿੰਗ, ਰਾਈਟਿੰਗ ਵਿੱਚ ਵੀ। ਜੋ ਸਪੀਕਿੰਗ ਵਿੱਚ ਰੀਡ ਅਲਾਉਡ ਹੁੰਦਾਗਾ, ਜਿਸ ਵਿੱਚ ਆਪਾਂ ਓਰਲ ਫਲੂਐਂਸੀ ਤੇ ਪ੍ਰੋਨਾਂਸੀਏਸ਼ਨ ਦੀ ਗੱਲ ਕਰਦੇ ਹਾਂ, ਤਾਂ ਜਿਹੜੀ ਓਰਲ ਫਲੂਐਂਸੀ ਹੁੰਦੀ ਹੈ ਇਸ ਦੇ ਨੰਬਰ ਆਪਣੇ ਇੱਕ ਤਾਂ ਸਪੀਕਿੰਗ ਵਿੱਚ ਰਹਿੰਦੇ ਨੇ, ਦੂਜੀ ਗੱਲ ਇਹ ਰੀਡਿੰਗ ਵਿੱਚ ਵੀ ਜਾਂਦੇ ਨੇ। ਘੱਟੋ ਘੱਟ 40 ਨੰਬਰ ਸਪੀਕਿੰਗ ਤੋਂ ਜਾਂਦੇ ਨੇ ਰੀਡਿੰਗ ਵਿੱਚ। ਤੇ ਓਰਲ ਫਲੂਐਂਸੀ ਦੀ ਗੱਲ ਕੀਤੀ ਜਾਵੇ ਤਾਂ ਇਹ ਟੋਟਲੀ ਵੀਰੇ ਆਪਣੇ ਉੱਤੇ ਡਿਪੈਂਡ ਹੁੰਦਾ। ਜਿੰਨੀ ਆਪਣੀ ਪ੍ਰੈਕਟਿਸ ਹੁੰਦੀ ਹੈ ਉਨੀ ਜ਼ਿਆਦਾ ਇੰਪਰੂਵ ਦਿਨੋਂ ਦਿਨ ਹੁੰਦੀ ਜਾਂਦੀ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਪ੍ਰੈਕਟਿਸ ਕਰੋ ਜ਼ਿਆਦਾ ਤੋਂ ਜ਼ਿਆਦਾ। ਡੇਲੀ ਦਿਨ ਵਿੱਚ ਘੱਟੋ ਘੱਟ ਰੀਡ ਲਾਉਡ ਤੁਸੀਂ 40 ਤੋਂ 50 ਕਰਿਆ ਕਰੋ। 40 ਤੋਂ 50 ਰੀਡ ਲਾਉਡ ਇੱਕ ਦਿਨ ਵਿੱਚ। ਇਹਨਾਂ ਦਾ ਟੋਟਲ ਟਾਰਗੇਟ ਬਣਾ ਲਓ, ਆਪਦਾ ਵਧੀਆ ਟਾਈਮ ਟੇਬਲ ਬਣਾ ਕੇ ਰੱਖੋ ਵੀ ਅਸੀਂ ਕਰਨੇ ਹੀ ਕਰਨੇ ਡੇਲੀ। ਜਿੰਨੇ ਜ਼ਿਆਦਾ ਤੁਸੀਂ ਰੀਡ ਲਾਉਡ ਪੜੋਗੇ, ਜੀ ਲਾ ਕੇ ਮਨ ਲਾ ਕੇ ਪੜੋਗੇ, ਉਨੀ ਤੁਹਾਡੀ ਇੰਪਰੂਵਮੈਂਟ ਹੁੰਦੀ ਜਾਊਗੀ। ਸਟਾਰਟਿੰਗ ਵਿੱਚ ਤੁਸੀਂ ਕਰਨ ਲੱਗੋਗੇ ਤਾਂ ਸਟਾਰਟਿੰਗ ਵਿੱਚ ਤੁਹਾਨੂੰ ਇਦਾਂ ਲੱਗੂ ਕਿ ਮੈਂ ਛੱਡਦਾ, ਵੀ ਕਿੱਥੇ ਪੰਗਾ ਲੈ ਲਿਆ ਜਾਂ ਕਿੱਥੇ ਫਸ ਗਿਆ। ਇਦਾਂ ਨਹੀਂ ਸੋਚਣਾ ਵੀਰੇ, ਆਰਾਮ ਨਾਲ ਆਪਦਾ ਪੜੋ। ਇੱਕ ਸਟਾਰਟਿੰਗ ਵਿੱਚ ਮਨ ਅੱਕਣਾ ਹੀ ਅੱਕਣਾ, ਕੋਈ ਗੱਲ ਨਹੀਂ, ਮਨ ਨੂੰ ਮਾਰ ਕੇ ਆਪਦਾ ਰੀਡ ਲਾਉਡ ਕਰੋ, ਵਧੀਆ ਮੇਨਟੇਨੈਂਸ ਰੱਖੋ। ਮੇਨਟੇਨੈਂਸ ਕਿਵੇਂ ਰੱਖਣੀ ਹੈ, ਕਿਵੇਂ ਕਰਨੀ ਹੈ ਇੰਪਰੂਵਮੈਂਟ, ਉਹ ਮੈਂ ਤੁਹਾਨੂੰ ਅੱਗੇ ਦੱਸ ਦਾਂਗਾ। ਪਰ ਡਿਪੈਂਡ ਟੋਟਲੀ ਤੁਹਾਡੇ ਉੱਤੇ ਹੈਗਾ। ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਉਨੀ ਜ਼ਿਆਦਾ ਤੁਹਾਡੀ ਇੰਪਰੂਵਮੈਂਟ ਦਿਨੋਂ ਦਿਨ ਵੱਧਦੀ ਜਾਊਗੀ, ਪ੍ਰੋਨਾਂਸੀਏਸ਼ਨ ਦੇ ਵਿੱਚ ਤੇ ਓਰਲ ਫਲੂਐਂਸੀ ਵਿੱਚ। ਜੇ ਤੁਸੀਂ ਇਹਨਾਂ ਵਿੱਚ ਦੋਨਾਂ ਵਿੱਚ ਨਹੀਂ ਕਹਿੰਦਾ ਮੈਂ, ਓਰਲ ਫਲੂਐਂਸੀ ਨੰਬਰ 1 ਵਿੱਚ ਹੀ ਤੁਸੀਂ ਵਧੀਆ ਨੰਬਰ ਲੈ ਕੇ ਤਾਂ ਸਮਝ ਲਓ ਕਿ ਤੁਹਾਡੀ ਸਪੀਕਿੰਗ ਕਰੈਕ ਹੋਗੀ। ਜੇ ਸਪੀਕਿੰਗ ਕਰੈਕ ਹੋਗੀ ਤਾਂ ਪੀਟੀ ਵਿੱਚੋਂ ਟੋਟਲੀ 4 ਮੋਡਿਊਲ ਵਿੱਚੋਂ ਨੰਬਰ ਵਧੀਆ ਈਜ਼ਲੀ ਸਕੋਰ ਹੋ ਜਾਣਗੇ ਤੁਹਾਡੇ ਅਪਗ੍ਰੇਡ। ਕਿਉਂਕਿ ਮੈਂ 4 ਪੇਪਰ ਦਿੱਤੇ ਹੋਏ ਆ। ਜਿਵੇਂ ਮੇਰਾ ਸਟਾਰਟਿੰਗ ਦਾ ਐਗਜ਼ਾਮ ਸੀਗਾ, ਤੁਸੀਂ ਸਾਈਡ ਤੇ ਦੇਖ ਰਹੇ ਹੋਗੇ, ਇਹਦੇ ਵਿੱਚ ਮੇਰੀ ਓਰਲ ਫਲੂਐਂਸੀ ਤੇ ਪ੍ਰੋਨਾਂਸੀਏਸ਼ਨ ਬਿਲਕੁਲ ਡਾਊਨ ਸੀ। ਇਹਦੇ ਵਿੱਚ ਮੈਂ ਪੜ੍ਹਦਾ ਕਿੱਦਾਂ ਸੀਗਾ ਰੀਡ ਲਾਉਡ ਨੂੰ, ਉਹ ਮੈਂ ਤੁਹਾਨੂੰ ਦੱਸਦਾ। ਇੱਕਦਮ ਸਹੀ ਪ੍ਰੈਕਟਿਸ ਕਿਵੇਂ ਕਰਨੀ ਹੈ ਤੇ ਕਿਵੇਂ ਆਪਾਂ ਇਹਨੂੰ ਇੰਪਰੂਵ ਕਰ ਸਕਦੇ ਹਾਂ, ਪ੍ਰੋਨਾਂਸੀਏਸ਼ਨ ਕਿਵੇਂ ਸੁਧਾਰ ਸਕਦੇ ਹਾਂ, ਇਹ ਮੈਂ ਤੁਹਾਨੂੰ ਐਂਡ ਵਿੱਚ ਦੱਸੂਗਾ। ਪਹਿਲਾਂ ਮੈਂ ਤੁਹਾਨੂੰ ਬਾਕੀ ਚੀਜ਼ਾਂ ਦੱਸਦਾ ਕਿ ਜੋ ਸਟੂਡੈਂਟ ਮਿਸਟੇਕਸ ਕਰਦੇ ਨੇ ਕਿ ਉਹਨਾਂ ਦੇ ਐਕਚੁਅਲ ਐਗਜ਼ਾਮ 'ਚ ਕਿਵੇਂ ਮਤਲਬ ਸਕੋਰ ਕੱਟੇ ਜਾਂਦੇ ਨੇ। ਕਿਉਂਕਿ ਮੈਂ ਮਿੱਤਰੋ ਆਪਦੇ ਕਟਾਏ ਨੇ ਸਕੋਰ, ਬਹੁਤ ਜ਼ਿਆਦਾ ਪੇਪਰ 2 3 4 ਵਾਰ ਪੇਪਰ ਦੇ ਮੈਂ ਘੱਟੋ ਘੱਟ ਇਹੀ ਐਕਸਪੀਰੀਅੰਸ ਕੀਤਾ। ਬਾਕੀ ਤੁਹਾਨੂੰ ਮੈਂ ਉਹ ਪ੍ਰੂਫ ਦਿਖਾਉਣਾ ਵੀ ਹੈ ਨਾਲ, ਵੀ ਕੀ ਮਿਸਟੇਕ ਕੀਤੀ ਸੀ ਤੇ ਕੀ ਮੈਨੂੰ ਰਿਜ਼ਲਟ ਮਿਲਿਆ ਉਸਦਾ। ਜਿਹੜੇ ਮੇਰੇ ਤੁਸੀਂ ਪਿੱਛੇ 49 ਓਵਰਆਲ ਸਕੋਰ ਦੇਖੇ ਸੀਗੇ, ਉਹਦੇ ਵਿੱਚ ਮੇਰੀ ਓਰਲ ਫਲੂਐਂਸੀ ਬਿਲਕੁਲ ਡਾਊਨ ਹੈ। ਉਹਦੇ ਹਿਸਾਬ ਨਾਲ ਮੈਂ ਕਿਵੇਂ ਪੜ੍ਹਿਆ ਸੀ ਤੇ ਕਿਵੇਂ ਮੇਰੇ 49 ਰਹਿ ਗਏ ਸੀਗੇ, ਮਤਲਬ ਸਪੀਕਿੰਗ ਵਿੱਚੋਂ ਕਿਵੇਂ ਕੱਟੇ ਗਏ ਸੀ, ਉਹੀ ਹਿਸਾਬ ਨਾਲ ਮੈਂ ਤੁਹਾਨੂੰ ਪੜ੍ਹ ਕੇ ਦਿਖਾਉਣਾ। ਜਿਵੇਂ ਆਪਣੇ ਨੋਰਮਲੀ ਸਟੂਡੈਂਟ ਇਹੀ ਮਿਸਟੇਕ ਕਰਦੇ ਨੇ, ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇ ਕੇ ਨਾ ਕਰਕੇ ਦਿਖਾਉਣਾ ਕਿ ਮੈਂ ਕਿਵੇਂ ਪੜ੍ਹੇ ਸੀਗੇ ਉਹ, ਜਿਸ ਕਾਰਨ ਮੇਰੇ 42 ਪਤਾ ਨਹੀਂ 49 ਜਾਂ ਕੁਝ ਹੀ ਰਹਿ ਗਿਆ ਸੀਗਾ ਸਪੀਕਿੰਗ ਵਿੱਚੋਂ। ਉਹ ਏਦਾਂ ਪੜ੍ਹਿਆ ਸੀ ਦੋਸਤੋ, ਦੇਖੋ। Once you have picked a general topic for your paper, you need to come up with a thesis. Your thesis is the main and focal point of your paper, and it is position you will take on your particular topic. ਦੇਖੋ ਵੀਰੇ ਮੈਂ ਕਿੰਨਾ ਸਟ੍ਰੈਸ ਦਿੱਤਾ ਇਕੱਲੇ ਇਕੱਲੇ ਵਰਡ ਉੱਤੇ। ਇਹੀ ਮੈਂ ਪੜ੍ਹਿਆ ਸੀਗਾ ਤੇ ਇਹੀ ਪੜ੍ਹ ਕੇ ਮੇਰੇ ਹੁਣ 49 ਸਕੋਰ ਆਏ ਸੀ, ਔਰ ਫਲੂਐਂਸੀ ਦੇ ਬਿਲਕੁਲ ਕੱਟੇ ਗਏ ਸੀਗੇ। ਇੱਕ ਗੱਲ ਹੋਰ ਵੀਰੇ, ਹੁਣ ਆਪਾਂ ਪੜ੍ਹਨਾ ਸਹੀ ਕਿਵੇਂ ਪੜ੍ਹਨਾ ਹੈਗਾ। ਸਹੀ ਪੜ੍ਹਨ ਦਾ ਮੈਥਡ ਹੈ ਵੀਰੇ, ਇੱਕੋ ਹੀ ਮੈਥਡ ਹੈ, ਕੋਈ ਇਹ 'ਚ ਟ੍ਰਿਕ ਨਹੀਂ, ਕੋਈ ਕੁਛ ਨਹੀਂ, ਕੋਈ ਫਾਲਤੂ ਟੈਨਸ਼ਨ ਨਾ ਲਓ। ਸਿਰਫ ਤੁਹਾਡੀ ਮਿਹਨਤ ਉੱਤੇ ਹੀ ਇੰਪਰੂਵਮੈਂਟ ਸਾਰੀ ਖੜੀ ਹੈ ਵੀਰੇ। ਜਿੰਨਾ ਤੁਸੀਂ ਮਿਹਨਤ ਕਰੋਗੇ, ਜਿੰਨੀ ਪ੍ਰੈਕਟਿਸ ਕਰੋਗੇ, ਉਨੀ ਤੁਹਾਡੀ ਦਿਨੋਂ ਦਿਨ ਇੰਪਰੂਵਮੈਂਟ ਹੁੰਦੀ ਜਾਊਗੀ। ਇੰਪਰੂਵਮੈਂਟ ਕਰਨੀ ਕਿਵੇਂ, ਮੈਂ ਤੁਹਾਨੂੰ ਰਸਤਾ ਦੱਸ ਦਿੰਦਾ ਵੀਰੇ। ਨਾ ਤਾਂ ਆਪਾਂ ਰੀਡ ਲਾਉਣ ਨੂੰ ਬਿਲਕੁਲ ਸਲੋ ਪੜ੍ਹਨਾ, ਨਾ ਆਪਾਂ ਬਿਲਕੁਲ ਪੂਰੀ ਫਾਸਟ ਪੜ੍ਹਨਾ।
ਤੇ ਤੇਜ਼ ਪੜ੍ਹਦੇ ਵਿੱਚ ਬਿਲਕੁਲ ਸਲੋ ਨਹੀਂ ਹੋਣਾ, ਅਪ ਡਾਊਨ ਨਹੀਂ ਹੋਣਾ। ਮੇਰਾ ਕਹਿਣ ਦਾ ਮਤਲਬ ਫਲੂਐਂਸੀ ਮੇਨਟੇਨ ਰੱਖਣੀ ਹੈ, ਕਿ ਜਮਾਂ ਸਿੱਧੀ ਲਾਈਨ ਜਾਂਦੀ ਹੈ ਐਵੇਂ। ਫਲੂਐਂਸੀ ਮੇਨਟੇਨ ਰੱਖਣੀ ਆ। ਜਿਵੇਂ ਕਈ ਸਟੂਡੈਂਟ ਮਿਸਟੇਕ ਕਰਦੇ ਨੇ, ਜਿਵੇਂ once you have a picked a journal topic for your paper you need to come up with a thesis, your thesis is the main। ਆ ਦੇਖੋ, ਕਦੇ ਸਲੋ ਕਦੇ ਫਾਸਟ ਏਦਾਂ ਦਾ ਪੜ੍ਹਦੇ ਨੇ, ਤੇ ਕਈ ਇੱਕੋ ਦਮ ਪੂਰੀ ਸਪੀਡ ਤੇ ਪੜ੍ਹਦੇ ਨੇ। once you have picked a journal topic for your paper you need to come up with a thesis। ਕਈ ਏਦਾਂ ਪੜ੍ਹਦੇ ਨੇ ਪੂਰੀ ਫੁੱਲ ਸਪੀਡ ਤੇ, ਕਈ ਏਦਾਂ ਪੜ੍ਹਦੇ ਨੇ once you have a picked a journal topic for your paper। ਕਈ ਏਦਾਂ ਪੜ੍ਹਦੇ ਨੇ, ਤੇ ਕਈ ਐਕਸਟੈਂਟ ਪਾਉਂਦੇ ਨੇ ਇੰਗਲਿਸ਼ ਦਾ, ਅੰਗਰੇਜ਼ ਬਣਦੇ ਨੇ। ਦੇਖੋ, once you have a picked a journal topic for your paper you need to come up with a thesis। ਓਹ ਯਾਰ, ਏਦਾਂ ਕੁਛ ਕਰਨ ਦੀ ਲੋੜ ਨਹੀਂ ਹੈ ਵੀਰੇ, ਸਿੱਧਾ ਨੈਚੁਰਲ ਵੌਇਸ ਰੱਖੋ। ਕੋਈ ਅੰਗਰੇਜ਼ ਬਣਨ ਦੀ ਲੋੜ ਨਹੀਂ ਹੈ ਉੱਥੇ, ਕੋਈ ਕੁਛ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹ ਵੀ ਵੀਰੇ ਹਿਊਮਨ ਹੀ ਹੈਗਾ, ਉਹ ਸੋਫਟਵੇਅਰ ਹੈ ਇੱਕ ਪੀਟੀ ਦਾ। ਕੰਪਿਊਟਰ ਨੂੰ ਸਮਝਾਉਣਾ, ਆਪਾਂ ਕੰਪਿਊਟਰ ਨੂੰ ਅੰਡਰਸਟੈਂਡਿੰਗ ਕਰਨੀ ਆ। ਸੋ ਜਿੰਨਾ ਸਮੂਥਲੀ ਪੜਾਂਗੇ, ਜਿੰਨਾ ਕਲੀਅਰਲੀ ਪੜਾਂਗੇ, ਓਨੇ ਜ਼ਿਆਦਾ ਫਲੂਐਂਸੀ ਵਿੱਚੋਂ ਨੰਬਰ ਆਉਣੇ ਆ ਆਪਣੇ। ਐ ਨਾ ਸੋਚੋ ਵੀ ਆਪਾਂ ਅੰਗਰੇਜ਼ ਨਹੀਂ ਹੈਗੇ, ਅੰਗਰੇਜ਼ੀ ਵਾਂਗੂ ਬੋਲਣੇ ਨੇ ਤਾਂ ਆਪਣੇ ਪੀਟੀ 'ਚ ਸਕੋਰ ਨਹੀਂ ਹੈਗੇ। ਉਹ ਗੱਲ ਤਾਂ ਬਿਲਕੁਲ ਵੀ ਨਹੀਂ ਹੈ ਵੀਰੇ। ਆਪਣੇ ਪੰਜਾਬੀ ਸਟੂਡੈਂਟਾਂ ਦੇ ਬਥੇਰਿਆਂ ਦੇ ਨੰਬਰ ਆਏ ਹੋਏ ਨੇ, ਕਿਸੇ ਦੇ 90 ਵੀ ਆਏ ਹੋਏ ਨੇ, ਮੈਂ ਵੀ 90 ਤੱਕ ਵੀ ਦੇਖੇ ਹੋਏ ਨੇ। ਜੋ ਲੈਂਗੁਏਜ ਅਕੈਡਮੀ ਦੇ ਸਰ ਨੇ, ਵਰੁਣ ਧਵਨ ਸਰ, ਉਹਨਾਂ ਦੇ ਦੇਖਿਓ ਯਾਰ, ਜਾ ਕੇ ਕਿੰਨਾ ਰਿਜ਼ਲਟ ਵਧੀਆ ਆ ਰਿਹਾ ਉਹਨਾਂ ਦਾ। ਉਹਨਾਂ ਦੇ ਸਾਰੇ ਪੰਜਾਬੀ ਲੱਗੇ ਹੋਣੇ ਯਾਰ। ਬਾਕੀ ਤੁਸੀਂ ਸਮਝਦਾਰ ਹੋ, ਅੱਜ ਕੱਲ੍ਹ ਹਰ ਇੱਕ ਪੀਟੀ ਈਜ਼ੀਲੀ ਕਰ ਸਕਦਾ। ਜੇ ਬੰਦਾ ਆਈਲੈਟਸ ਕਰ ਸਕਦਾ ਤਾਂ ਪੀਟੀ ਵੀ ਕਰ ਸਕਦਾ। ਪੀਟੀ ਬਸ ਇੰਨਾ ਵੀ ਈਜ਼ੀ ਹੈ ਇਹ, ਆਈਲੈਟਸ ਔਖੀ ਹੈ। ਪੀਟੀ ਤਾਂਹੀਓ ਮੈਂ ਕੀਤੀ ਹੈ, ਮੈਨੂੰ ਈਜ਼ੀ ਲੱਗੀ ਕਰਨ ਵਿੱਚ। ਏਦਾਂ ਲੱਗਦਾ ਜਿਵੇਂ ਗੇਮ ਜੀ ਹੁੰਦੀ ਹੈ। ਚਲੋ ਬਾਕੀ ਆਪਾਂ ਆਪਣੇ ਟੋਪਿਕ ਉੱਤੇ ਆ ਜਾਂਦੇ ਹਾਂ, ਜ਼ਿਆਦਾ ਸਮਾਂ ਨਹੀਂ ਖਰਾਬ ਕਰਨਾ ਚਾਹੁੰਦਾ ਤੁਹਾਡਾ ਮੈਂ। ਇੱਕ ਨੈਕਸਟ ਉਦਾਹਰਨ, ਇੱਕ ਆਪਾਂ ਐਕਸਪਲੇਨੇਸ਼ਨ ਇੱਕ ਹੋਰ ਦੇਖ ਲੈਂਦੇ ਹਾਂ। ਜਿਵੇਂ ਮੈਂ ਤੁਹਾਨੂੰ ਮਿਸਟੇਕ ਦਿਖਾਈ ਦਿੱਤਾ ਨਾ, ਕੋਈ ਸਟੂਡੈਂਟ ਸਲੋ ਪੜ੍ਹਦਾ ਜਾਂ ਕੋਈ ਤੇਜ਼ ਪੜ੍ਹਦਾ, ਕੋਈ ਫਾਸਟ ਹੋ ਜਾਂਦਾ ਬਿਲਕੁਲ, ਕੋਈ ਜਮਾਂ ਸਪੀਡ ਸਲੋ ਹੋ ਜਾਂਦੀ ਹੈ, ਏਦਾਂ ਪੜ੍ਹਦੇ ਨੇ। ਇਹਨੂੰ ਸਹੀ ਢੰਗ ਪੜ੍ਹਨ ਦਾ ਮੈਥਡ ਕਿਵੇਂ, ਉਹ ਤੁਹਾਨੂੰ ਮੈਂ ਦੱਸਦਾ। ਸਹੀ ਇੱਕੋ ਫਲੂਐਂਸੀ ਰੱਖੋ, ਨਾ ਸਲੋ ਹੋਣਾ, ਨਾ ਫਾਸਟ ਹੋਣਾ, ਨਾ ਤੇਜ਼ ਹੋਣਾ, ਨਾ ਹੌਲੀ ਹੋਣਾ, ਨਾ ਆਵਾਜ਼ ਉੱਚੀ ਕਰਨੀ, ਨਾ ਲੋ ਕਰਨੀ, ਨਾ ਐਕਸਟੈਂਟ ਪਾਉਣਾ ਅੰਗਰੇਜ਼ਾਂ ਵਾਂਗੂ, ਕੁਝ ਨਹੀਂ ਕਰਨਾ। ਤੁਹਾਨੂੰ ਮੈਂ ਪੜ੍ਹ ਕੇ ਦਿਖਾਉਣਾ, ਜਮਾਂ ਸਿੰਪਲ ਐਂਡ ਸਮੂਥਿੰਗ। Domestication is an evolutionary rather than political development. It is certainly not a regime humans imposed on 10,000 years ago. Rather, domestication happened when a small handful of especially opportunistic species discovered through Darwinian trial and error that they were more likely to survive and prosper in an alliance with humans than and their own। ਸੋ ਦੇਖੋ, ਮੈਂ ਤੁਹਾਡੇ ਸਾਹਮਣੇ ਪੜ੍ਹਿਆ। ਬਾਕੀ ਮੈਂ ਯਾਰ ਜਮਾ ਪਰਫੈਕਟ ਵੀ ਨਹੀਂ ਹੈਗਾ, ਨਾ ਮੈਂ ਕੋਈ ਐਕਸਪਰਟ ਆਗਾ, ਮੇਰੇ ਤੋਂ ਉੱਤੇ ਬਥੇਰੇ ਬੈਠੇ ਨੇ, ਨਾ ਮੈਂ ਆਪਦੇ ਉੱਤੇ ਤੇ ਮਾਣ ਕਰਾਂ, ਠੀਕ ਆ। ਜਿੰਨਾ ਮੈਨੂੰ ਮੈਂ ਐਕਸਪੀਰੀਅੰਸ ਕੀਤਾ, ਜਿੰਨੀ ਮੈਂ ਪ੍ਰੈਕਟਿਸ ਕੀਤੀ, ਉਹ ਤੁਹਾਡੇ ਸਾਹਮਣੇ ਆ। ਤੁਹਾਡੇ ਸਾਹਮਣੇ ਮੈਂ ਸਕੋਰ ਆਪਦੇ ਰੱਖ ਦਿੱਤੇ, ਕਿੰਨੇ ਮੇਰੇ ਸਕੋਰ ਆਏ ਨੇ, ਕਿੰਨੇ ਮੇਰੇ ਪਹਿਲਾਂ ਸੀ। ਉਸ ਹਿਸਾਬ ਦੇ ਅਕੋਰਡਿੰਗ ਨਾਲ ਤੁਹਾਨੂੰ ਮੈਂ ਸਾਰਾ ਕੁਝ ਦੱਸਾਂਗਾ। ਹੁਣ ਮੈਂ ਪੜ੍ਹਿਆ, ਦੇਖੋ, ਇੱਕ ਫਲੂਐਂਸੀ ਜੋ ਕਿ ਮੇਨਟੇਨੈਂਸ ਰੱਖੀ, ਨਾ ਮੈਂ ਹੌਲੀ ਹੋਇਆ ਨਾ ਫਾਸਟ ਹੋਇਆ, ਏਦਾਂ ਵੀ ਤੁਸੀਂ ਪੜ੍ਹਨਾ। ਬਾਕੀ ਰਹੀ ਗੱਲ ਕੋਮੇ ਤੇ ਫੁੱਲ ਸਟਾਪ ਦੀ, ਕੋਮੇ ਤੇ ਰੁਕਣਾ ਵੀਰੇ ਸਾਰਾ 10 ਸਕਿੰਟ ਹੈ, ਫੁੱਲ ਸਟਾਪ ਤੇ ਰੁਕਣਾ ਸਾਰਾ 1 ਸਕਿੰਟ ਹੈ। ਉਹ ਵੀ ਤੁਹਾਨੂੰ ਕਰਕੇ ਦਿਖਾ ਦਿੰਦਾ। ਦੇਖੋ, domestication is an evolutionary rather than political development। It is certainly not a regime human imposed। ਦੇਖੋ, ਕੋਮੇ ਤੇ ਮੈਂ ਹਾਫ ਸਕਿੰਟ ਤੇ ਫੁੱਲ ਸਟਾਪ ਤੇ 1 ਸਕਿੰਟ ਰੁਕਿਆ। ਬਾਹਲਾ ਟਾਈਮ ਨਹੀਂ ਰੁਕਣਾ, ਜੇ ਬਾਹਲਾ ਟਾਈਮ ਰੁਕ ਜਾਓਗੇ ਤਾਂ ਉੱਥੇ ਆਟੋਮੈਟਿਕਲੀ ਤੁਹਾਡੀ ਸਟਾਪ ਹੋ ਜਾਣੀ ਹੈ ਰਿਕਾਰਡਿੰਗ। ਉਹਨਾਂ ਨੂੰ ਪਤਾ ਲੱਗ ਜਾਣਾ ਕਿ ਬੰਦਾ ਰੁਕ ਗਿਆ ਤੇ ਇੱਧਰ ਰਿਕਾਰਡਿੰਗ ਸਟਾਪ ਹੋ ਗਈ। ਕੰਪਿਊਟਰ 'ਚ ਆਟੋਮੈਟਿਕਲੀ ਸੌਫਟਵੇਅਰ ਉਹਨਾਂ ਨੇ ਇੱਦਾਂ ਹੀ ਕ੍ਰੀਏਟ ਕੀਤਾ ਹੁੰਦਾ ਹੈ। ਤੇ ਫਲੂਐਂਸੀ ਇੱਕੋ ਰੱਖਣੀ ਆ। Domestication is an evolutionary rather than political development। It is certainly not a regime human imposed on animals some 10,000 years ago। ਨਾ ਬੜਾ ਸਟ੍ਰੈਸ ਦੇਣਾ, ਲਾਈਕ domestication is an evolutionary rather than political development। ਨਾ ਐ ਬੋਲਣਾ ਤੇ ਨਾ ਹੀ ਬੋਲਣਾ ਬਾਹਲਾ ਫਾਸਟ ਬੋਲਣਾ। domestication is an evolutionary rather than political development। ਨਾ ਵਾਲੀ ਹੌਲੀ ਬੋਲਣਾ। domestication is an evolutionary rather than, ਨਾ ਵਾਲੀ slow and fast ਬੋਲਣਾ। domestication is an evolutionary rather than political development। It is certainly not a regime imposed। ਤੇ ਨਾ ਸਟ੍ਰੈਸ ਲੈ ਕੇ ਬੋਲਣਾ, ਨਾ ਟੈਨਸ਼ਨ ਲੈ ਕੇ ਬੋਲਣਾ, ਨਾ ਹੈਜ਼ੀਟੇਟ ਹੋ ਕੇ ਬੋਲਣਾ। ਬੋਲਣਾ ਬਿਲਕੁਲ ਆਰਾਮ ਨਾਲ, ਫ੍ਰੀ ਮਾਈਂਡ ਨਾਲ ਹੋ ਕੇ ਬੋਲਣਾ, ਸਮੂਥ ਬੋਲਣਾ, ਇੱਕੋ ਮੇਨਟੇਨ ਰੱਖਣੀ ਹੈ ਫਲੂਐਂਸੀ। Domestication is an evolutionary rather than political development। It is certainly not a regime human imposed। ਇੰਨੀ ਕੁ ਸਲੋ ਵੀ ਬੋਲ ਜਾਏਗਾ ਤਾਂ ਵੀ ਤੁਹਾਡੇ ਨੰਬਰ ਈਜ਼ੀਲੀ ਆ ਜਾਣੇ ਆ, ਕਿਉਂਕਿ ਉਹਨਾਂ ਨੂੰ ਫਲੂਐਂਸੀ ਚੱਕਣੀ ਹੈ, ਮਤਲਬ ਤੁਹਾਡੀ ਫਲੂਐਂਸੀ ਮੇਨਟੇਨ ਜਾ ਰਹੀ ਹੈ, ਨਾ ਫਾਸਟ ਨਾ ਸਲੋ। ਬਾਕੀ ਗੱਲ ਰਹੀ ਪ੍ਰੋਨਾਂਸੀਏਸ਼ਨ ਦੀ, ਪ੍ਰੋਨਾਂਸੀਏਸ਼ਨ ਵਿੱਚ ਦੇਖੋ ਵੀਰੇ, ਕਿਤੇ ਕਿਤੇ ਮੰਨ ਲਓ ਜਿਵੇਂ ਪਹਿਲਾ ਵਰਡ ਡੋਮੈਸਟੀਕੇਸ਼ਨ ਆ, ਕਿ ਕਈ ਜਗ੍ਹਾ ਤੇ ਡੋਮੈਸਟੀਕੇਸ਼ਨਸ ਐਸ ਆ ਜਾਂਦਾ ਪਿੱਛੇ, ਆਪਾਂ ਉਹਨੂੰ ਡੋਮੈਸਟੀਕੇਸ਼ਨ ਪੜ੍ਹ ਜਾਂਦੇ ਹਾਂ, ਐਸ ਮਿਸ ਕਰ ਜਾਂਦੇ ਹਾਂ, ਉਹਦੇ ਨਾਲ ਪ੍ਰੋਨਾਂਸੀਏਸ਼ਨ ਦਾ ਉੱਤੇ ਇੰਪੈਕਟ ਪੈਂਦਾ ਹੈ।
ਪੈਂਦਾ ਜ਼ਰੂਰ ਹੈ ਵੀਰੇ, ਤਾਂਹੀਓ ਤੁਹਾਨੂੰ ਕਹਿਣਾ ਜਿੱਥੇ ਜਿੱਥੇ ਐਸ ਜਾਂ ਈਐਸ ਜਾਂ ਕੁਝ ਵੀ ਕੋਈ ਇੱਕ ਸਿੰਗਲ ਵਰਡ ਕੋਈ ਤੁਸੀਂ ਮਿਸ ਕਰ ਗਏ ਨਾ, ਉਹਨੂੰ ਕਿਰਪਾ ਕਰਕੇ ਅੱਗੇ ਸਕਿਪ ਨਾ ਕਰੋ, ਉਹੀ ਦੁਬਾਰਾ ਰੀਡ ਅਲਾਉਡ ਪੜੋ, ਫਿਰ ਸਕਿਪ ਕਰਕੇ ਮਿਸ ਕਰਕੇ ਫਿਰ ਉਹੀ ਦੁਬਾਰਾ ਰੀਡ ਅਲਾਉਡ ਦੁਬਾਰਾ ਪੜੋ। ਏਦਾਂ ਦਾ ਕਰ ਕਰਕੇ ਤੁਹਾਡੇ ਮਾਈਂਡ ਵਿੱਚ ਫਿੱਟ ਬੈਠ ਜਾਣਾ ਹੈਗਾ ਕਿ ਹਾਂ ਪ੍ਰੈਕਟਿਸ ਇੰਪਰੂਵਮੈਂਟ ਹੁੰਦੀ ਜਾਂਦੀ ਹੈ, ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿੰਨੇ ਦਿਨਾਂ ਵਿੱਚ ਇੰਪਰੂਵਮੈਂਟ ਹੋਊਗੀ। ਸਟਾਰਟਿੰਗ ਤੋਂ ਮਨ ਆਕੂਗਾ, ਮਨ ਨੂੰ ਅੱਕਣ ਤੋਂ ਮਨ ਨੂੰ ਮਾਰੋ, ਆਰਾਮ ਨਾਲ ਉਹਦੀ ਪੀਟੀ ਕਰੋ ਵੀਰੇ। 14-15 ਮਹੀਨੇ ਦੀ ਸਾਰੀ ਮਹੀਨੇ ਦੀ ਗੱਲ ਆ, ਮਹੀਨੇ ਨਾਲ ਪੜ੍ਹ ਕੇ ਥੋੜੀ ਜ਼ਿੰਦਗੀ ਬਣ ਜਾਣੀ ਹੈ। ਬਾਕੀ ਆਪਾਂ ਇੱਕ ਹੋਰ ਉਦਾਹਰਨ ਲੈ ਕੇ ਦੇਖਦੇ ਹਾਂ, ਮੇਨਟੇਨ ਕਿਵੇਂ ਰੱਖਣੀ ਔਰਲ ਫਲੂਐਂਸੀ। ਦੇਖੋ ਸਮੂਥਨਿੰਗ ਚ ਬੋਲਣਾ ਮੇਰੇ ਨਾਲ ਮੇਨਟੇਨ ਰੱਖਣੀ ਹੈ ਬਿਲਕੁਲ ਔਰਲ ਫਲੂਐਂਸੀ। Who do you think is the most glamorous person? A biotechnologist who led his company in international research, an ordinary welder who gained international fame through his work, or a photographer complimentary widely for a series of photos? ਦੇਖੋ ਕਿੰਨਾ ਸਮੂਥ ਹੈ ਤੇ ਕਿੰਨਾ ਓਰਲ ਫਲੂਐਂਸੀ ਮੇਨਟੇਨ ਵਿੱਚ ਹੈ, ਨਾ ਸਲੋ ਨਾ ਫਾਸਟ। ਏਦਾਂ ਦੇ ਬੋਲਣਾ, ਜੇ ਤੁਸੀਂ ਇਹ ਬੋਲੋਗੇ ਤਾਂ ਆਰਾਮ ਨਾਲ ਮੇਰੇ ਵਾਂਗੂ 57 58 60 ਤੱਕ ਹੀ ਨੰਬਰ ਲੈ ਜਾਓਗੇ ਸਪੀਕਿੰਗ। ਉਹ ਟੈਨਸ਼ਨ ਲੈਣ ਦੀ ਲੋੜ ਨਹੀਂ ਯਾਰ, ਜੇ ਮੇਰੇ ਤੋਂ ਕੋਈ ਕਮੈਂਟ ਜਾਂ ਕੁਝ ਗਲਤੀ ਹੋ ਵੀ ਜੇ ਮੈਨੂੰ ਮਾਫ ਕਰਦਾ ਕਰੋ, ਮੈਂ ਨਵਾਂ ਨਵਾਂ ਬੋਲੂਗਾ ਵੀਰੇ। ਦੇਖੋ ਬਾਕੀ ਜੰਮਦਾ ਹੋਇਆ ਤਾਂ ਕੋਈ ਵੀ ਨਹੀਂ ਯਾਰ ਟੀਚਰ ਬਣ ਕੇ ਆਇਆ ਨਾ, ਬਾਹਰ ਆ ਕੇ ਬੰਦਾ ਟੀਚਰ ਬਣਦਾ, ਬਾਹਰ ਆ ਕੇ ਦੁਨੀਆਦਾਰੀ ਨੂੰ ਸਿੱਖਦਾ, ਸਾਰਾ ਕੁਝ ਕਰਦਾ। ਮੈਂ ਵੀ ਤੁਹਾਡੇ ਵਰਗਾ ਬੰਦਾ ਹੀ ਆ, ਨਾ ਮੈਂ ਪਰਫੈਕਟ ਆ ਨਾ ਐਕਸਪਰਟ ਆ, ਗਲਤੀ ਹੋ ਜਾਂਦੀ ਤੇ ਮਾਫ ਕਰਦਾ ਕਰੋ ਭਰਾਵਾ। ਬਾਕੀ ਕੋਈ ਪੁੱਛ ਨਹੀਂ ਵੀ ਗੱਲਬਾਤ ਕਿਸੇ ਨੇ ਵੀ, ਮੇਰੇ ਵੀਰ ਭੈਣ ਭਰਾ ਨੇ, ਉਹ ਮੈਨੂੰ ਕਮੈਂਟ ਵਿੱਚ ਕਮੈਂਟ ਕਰਦਾ ਕਰੋ, ਦਿਲ ਖੋਲ ਕੇ ਠਿੱਕ ਠੋਕ ਕੇ ਜੋ ਵੀ ਲਿਖਣਾ ਮੈਂ ਉਹਦੇ ਉੱਤੇ ਵੀਡੀਓ ਅਪਲੋਡ ਕਰਦਿਆ ਕਰੂੰਗਾ। ਇੱਕ ਆਪਾਂ ਹੋਰ ਲੈ ਲੈਣੇ ਐਗਜ਼ਾਮਪਲ ਪ੍ਰੋਨਾਂਸੀਏਸ਼ਨ ਤੇ ਔਰਲ ਫਲੂਐਂਸੀ ਵਾਸਤੇ। The insults and criticism were not unexpected. But was surprising was people's enthusiasm about the competent. Thousands have participated in the discussion. ਨਾਲੇ ਤਾਂ ਮੈਂ ਵੀਰੇ ਸਹੀ ਹੈ ਮੇਰੀ, ਇੱਕ ਤਾਂ ਮੈਂ ਮੇਨਟੇਨੈਂਸ ਪੂਰੀ ਘੈਂਟ ਆ, ਮਤਲਬ ਪੂਰੀ ਘੈਂਟ ਵੀ ਨਹੀਂ ਕਹਿੰਦਾ, ਇੰਨਾ ਮਾਨ ਨਹੀਂ ਕਰਦਾ, ਮਤਲਬ ਮੇਨਟੇਨੈਂਸ ਮੇਰੀ ਸਹੀ ਹੈ, ਨਾ ਹਲਕੀ ਨਾ ਹੌਲੀ ਨਾ ਭਾਰੀ ਨਾ ਤੇਜ਼ ਨਾ ਸਲੋ। ਐਂਡ ਤੇ ਮੈਂ ਡਿਸਕਸ਼ਨ ਨੂੰ ਡਿਸਕਸ਼ਨ ਕਹਿ ਗਿਆ, ਇਹਦੀ ਪ੍ਰੋਨਾਂਸੀਏਸ਼ਨ ਡਿਸਕਸ਼ਨ ਨਹੀਂ ਹੈਗੀ, ਇਹਦੀ ਹੈਗੀ ਡਿਸਕਸ਼ਨ। ਇਹ ਮੈਂ ਜਾਣ ਕੇ ਕਿਹਾ ਕਿ ਤੁਹਾਨੂੰ ਦੱਸਣ ਵਾਸਤੇ ਪ੍ਰੋਨਾਂਸੀਏਸ਼ਨ ਏਦਾਂ ਪੜ੍ਹਨਾ, ਥਾਊਜ਼ੈਂਡਸ ਹੈਵ ਪਾਰਟਿਸਿਪੇਟਡ ਇਨ ਦਾ ਡਿਸਕਸ਼ਨ, ਇਹ ਹੁੰਦੀ ਹੈ ਅਸਲੀ ਪ੍ਰੋਨਾਂਸੀਏਸ਼ਨ। ਮੈਂ ਕਹਿ ਗਿਆ ਡਿਸਕਸ਼ਨ, ਇਹ ਪ੍ਰੋਨਾਂਸੀਏਸ਼ਨ ਨਹੀਂ ਹੈ। ਏਦੀ ਤੇ ਤੁਸੀਂ ਪ੍ਰੋਨਾਂਸੀਏਸ਼ਨ ਸਿੱਖਣੀ ਹੈ। ਬਾਕੀ ਪ੍ਰੋਨਾਂਸੀਏਸ਼ਨ ਵਿੱਚ ਕਮਜ਼ੋਰ ਹੋ ਤਾਂ ਗੂਗਲ ਟਰਾਂਸਲੇਟ ਖੋਲੋ, ਐਪ ਕੱਢੋ, ਐਪ ਉੱਤੇ ਡਿਸਕਸ਼ਨ ਲਿਖੋ, ਉਹਦੇ ਉੱਤੇ ਕਲਿੱਕ ਕਰ ਦਿਓ, ਟੌਪ ਜਿਹੇ ਤੇ ਬਣਿਆ ਹੁੰਦਾ ਮਾਰਕਰ ਜਾਂ ਵੌਇਸ ਵਾਲਾ ਸਾਊਂਡ ਵਾਲਾ, ਆਰਾਮ ਨਾਲ ਤੁਹਾਨੂੰ ਪਤਾ ਲੱਗ ਜਾਣਾ ਕਿ ਪ੍ਰੋਨਾਂਸੀਏਸ਼ਨ ਮੇਰੀ ਸਹੀ ਹੈ ਜਾਂ ਗਲਤ ਹੈ ਜਾਂ ਕਿਵੇਂ ਕਰਨੀ ਹੈ। ਮੈਂ ਦਿਨ ਵਿੱਚ ਘੱਟੋ ਘੱਟ 40-50 ਰੀਡ ਅਲਾਊਡ ਡੇਲੀ ਕਰਨੇ ਹੈ ਵੀਰ ਜੀ, ਫੇਰ ਹੀ ਸਕੋਰ ਆਉਣਗੇ। ਯਾਦ ਰੱਖਿਓ ਮੇਰੀ ਗੱਲ, 40 ਤੋਂ 50 ਤੱਕ ਰੀਡ ਅਲਾਊਡ ਡੇਲੀ ਕਰਨੇ ਹੀ ਕਰਨੇ, ਮੱਥਾ ਮਾਰੋ ਜਚਾ ਕੇ ਯਾਰ, ਕੋਈ ਖਾਸ ਗੱਲ ਨਹੀਂ, ਗੇਮ ਦੀ ਤਰ੍ਹਾਂ ਹੀ ਹੈ ਯਾਰ। ਆਈਲੈਟਸ ਵਾਕੋ ਤਾਂ ਨਹੀਂ ਸਾਲਾ ਸਪੀਕਿੰਗ ਦੇਣੀ ਪੈਂਦੀ ਹੈ, ਕਿਊ ਕਾਰਡ ਸੁਣਾਉਣਾ ਪੈਂਦਾ, ਉਹ ਚੀਜ਼ ਤਾਂ ਨਹੀਂ ਹੈਗੀ। ਇਦੋਂ ਚੰਗਾ ਤਾਂ ਪੀਟੀ ਗੇਮ ਇੱਕ ਤਰ੍ਹਾਂ ਦੀ ਯਾਰ, ਆਰਾਮ ਨਾਲ ਵਧੀਆ ਕਰ ਜੋਗੇ ਪਾਸ। ਬਾਕੀ ਜਿਹਨੇ ਆਈਲੈਟਸ ਕੀਤੀ ਉਹਦੇ ਵਾਸਤੇ ਤਾਂ ਕੁਝ ਵੀ ਨਹੀਂ ਹੁੰਦਾ ਪੀਟੀ, ਲੋਕਾਂ ਨੇ ਐਵੇਂ ਹਊਆ ਮਚਾ ਰੱਖਿਆ ਪੀਟੀ ਵੀ ਔਖੀ ਹੋਣ ਲੱਗਣ ਲੱਗੀ ਬਸ ਯਾਰ। ਐਡੀ ਔਖੀ ਨਹੀਂ ਵੀਰੇ, ਮੈਂ 4-5 ਐਗਜ਼ਾਮ ਦਿੱਤੇ ਨੇ, ਕੋਈ ਚੱਕਰ ਨਹੀਂ ਆ, ਕੋਈ ਉਹ ਨਹੀਂ ਹੈਗਾ, ਬਸ ਆਰਾਮ ਨਾਲ ਸਹੀ ਸਟ੍ਰੈਟਜੀ ਨਾਲ ਪੜ੍ਹੋ। ਬਾਕੀ ਆਪਾਂ ਤੁਹਾਨੂੰ ਸਾਰੀ ਵੀਡੀਓ ਅਪਲੋਡ ਕਰਦੇ ਰਵਾਂਗੇ, ਜੋ ਵੀਰਾਂ ਦੇ ਮੇਰੇ ਦੇ ਕਮੈਂਟ ਆਉਂਦੇ ਗਏ। ਵੀਰੋ ਭੈਣੋ ਮੇਰੇ ਖੁੱਲ ਕੇ ਟੋਕ ਕੇ ਕਮੈਂਟ ਕਰੋ ਬਈ, ਤੁਹਾਡੇ ਕਮੈਂਟ ਤੇ ਵੀਡੀਓ ਬਣਾਵਾਂਗੇ। ਏਦਾਂ ਹੀ ਵੀਰੇ ਕਰਦੇ ਕਰਦੇ ਤੁਹਾਨੂੰ 30 ਦਿਨਾਂ ਤੱਕ 40-40 50-50 ਤੁਸੀਂ ਕਰਦੇ ਜਾਓਗੇ, ਤੁਹਾਨੂੰ ਵੀਰੇ ਪਤਾ ਹੀ ਨਹੀਂ ਲੱਗਣਾ ਤੁਸੀਂ ਜ਼ੀਰੋ ਲੈਵਲ ਤੋਂ ਹਾਈ ਲੈਵਲ ਤੱਕ ਕਿਵੇਂ ਪਹੁੰਚੋਗੇ, ਤੁਹਾਡੀ ਇੰਪਰੂਵਮੈਂਟ ਵਿੱਚ ਕਿਵੇਂ ਫਰਕ ਪਿਆ, ਔਰਲ ਫਲੂਐਂਸੀ ਵਿੱਚ ਤੁਹਾਡੀ ਇੰਪਰੂਵਮੈਂਟ ਕਿਵੇਂ ਹੋਈ। ਤਾਂ ਹੀ ਕਹਿੰਦਾ ਵੀਰੇ ਸਿਰਫ ਮਿਹਨਤ ਤੇ ਵਿਸ਼ਵਾਸ ਰੱਖੋ, ਘਬਰਾਓ ਨਾ, ਟੈਨਸ਼ਨ ਲਓ, ਈਜ਼ੀਲੀ ਸਕੋਰ ਲੈ ਲਓ। ਔਰਲ ਫਲੂਐਂਸੀ 'ਚ ਸਕੋਰ ਈਜ਼ੀਲੀ ਆ ਗਿਆ ਤਾਂ ਸਪੀਕਿੰਗ ਵਿੱਚੋਂ ਆ ਗਿਆ, ਜੇ ਸਪੀਕਿੰਗ ਵਿੱਚੋਂ ਆ ਗਿਆ ਤਾਂ ਸਾਰੀ ਪੀਟੀ ਵਿੱਚੋਂ ਆਰਾਮ ਨਾਲ ਆ ਗਿਆ। ਬਾਕੀ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਭਰਾ ਮੈਨੂੰ ਮਾਫ ਕਰ ਦਿਓ, ਨਵਾਂ YouTube ਬਣਾਉਣ ਲੱਗਾ ਯਾਰ, ਮੈਨੂੰ ਇੰਨਾ ਪਤਾ ਵੀ ਨਹੀਂ ਹੈਗਾ, ਜੋ ਮੈਂ ਐਕਸਪੀਰੀਅੰਸ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਾਊਂਗਾ। ਜੇ ਕੋਈ ਕਮੀ ਪੇਸ਼ੀ ਲੱਗੀ ਤਾਂ ਭਰਾਵੋ ਵੀਰ ਭੈਣੋ ਜਿਹੜੀਆਂ ਮੇਰੀਆਂ ਹੈਗੀਆਂ ਨੇ, ਉਹ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰ ਸਕਦੀਆਂ ਨੇ। ਕਮੈਂਟ ਕਰੋ ਯਾਰ, ਜਚਾ ਕੇ ਦਿਲ ਠੋਕ ਕੇ, ਗਾਲਾਂ ਕੱਢਣੀਆਂ ਗਾਲਾਂ ਕੱਢ ਦੋ, ਕੋਈ ਚੱਕਰ ਨਹੀਂ ਭਰਾ, ਬੰਦਾ ਗਾਲਾਂ ਸੁਣ ਹੀ ਵੱਡਾ ਹੁੰਦਾ ਵਾ, ਸੁਣ ਹੀ ਸਿੱਖਦਾ। ਠੀਕ ਆ ਫਿਰ ਵੀਰੇ, ਜੇ ਕੋਈ ਗੱਲਬਾਤ ਹੋਈ ਜਾਂ ਕੋਈ ਕੁਐਸਚਨ ਪੁੱਟ ਕਰਨਾ ਹੋਇਆ ਤਾਂ ਮੈਨੂੰ ਪੁੱਟ ਕਰ ਲਿਓ ਵੀਰੇ, ਮੈਂ ਤੁਹਾਡਾ ਆਨਸਰ ਤੇ ਵੀਡੀਓ ਬਣਾ ਦੂੰਗਾ, ਟੈਨਸ਼ਨ ਲਓ, ਬਾਕੀ ਹੋ ਜੂਗੀ ਪੀਟੀ ਆਰਾਮ ਨਾਲ। ਓਕੇ ਬਾਏ।